ਟੰਗਣਾ ਕਿਸੇ ਨੇ ਹੀ ਟੰਗੀ ਕੋਈ ਹੋਰ ਜਾ ਰਿਹਾ। ਪਰ ਜਿੰਨਾ ਚਿਰ ਤੱਕ ਇੱਕ ਦੋ ਜਣੇ ਮਰੇ ਨਾ ਇਹਨਾਂ ਦੀਆਂ ਅੱਖਾਂ ਨਹੀਂ ਖੁੱਲਣੀਆਂ। ਉਹ ਬਣਾਇਆ ਹੀ ਉਹੋ ਜਿਹੇ 3-4 ਮੰਤਰੀ ਜਿਹੜੇ ਵੀ ਜਦੋਂ ਲੋੜ ਪਈ ਇਹਨਾਂ ਨੂੰ ਠੋਕ ਦਾਂਗੇ। ਪਰ ਉਹਦਾ ਐਡਾ ਰੌਲਾ ਪਾ ਕੇ ਪ੍ਰਚਾਰ ਕਰਨ ਦਾ ਕੀ ਮਤਲਬ? ਵੀ ਇਹਦਾ ਮਤਲਬ ਤੁਸੀਂ ਦੱਸਣਾ ਚਾਹੁੰਦੇ ਜੀ ਵੀ ਇਹਦੀ ਸਿਕਿਉਰਿਟੀ ਵਾਪਸ ਹੋ ਗਈ ਤੇ ਫੜ ਲਓ ਜਿਹਨੂੰ ਇੱਥੇ ਮਰਜ਼ੀ ਜਾ ਕੇ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕਿਹਾ, ਕਹਿੰਦੇ ਕਿ ਜਿੰਨੇ ਤੁਸੀਂ ਲੈ ਲਏ ਵਾਪਸ, ਹੁਣ ਜਿੰਨੇ ਰਹਿ ਗਏ ਨੇ ਉਹ ਵੀ ਮੈਂ ਵਾਪਸ ਕਰਤਾ ਪਿਆ। ਔਰ ਜਿਹੜੇ ਆ ਪੁਲਿਸ ਹੈਡਕੁਆਟਰ ਤੇ ਜਿਹੜੀਆਂ ਵਾਰਦਾਤਾਂ ਹੋਈਆਂ ਉਹ ਕਿੱਥੋਂ ਦੇ ਮੁੰਡੇ ਸਾਰੇ ਸਾਡੇ ਕੇਮ ਕਰਨ ਲੱਗੇ। ਵੀ ਸਾਹਿਬ ਹੁਣੇ ਮੇਰੇ ਨਾਲ ਗੱਲ ਕਰਦੇ ਪਏ ਸੀਗੇ, ਮੈਨੂੰ ਕਹਿ ਕੇ ਕਹਿੰਦੇ 7 ਤਰੀਕ ਨੂੰ ਅਸੀਂ ਜਾ ਰਹੇ ਹਾਂ, 7-8 MLA ਮਿਲਣ ਜਾ ਰਹੇ ਹਾਂ ਸਿੱਧੂ ਸਾਹਿਬ ਨੂੰ, ਜਾ ਰਹੇ ਸੁਖਪਾਲ ਭੁੱਲਰ ਵੀ ਜਾ ਰਹੇ, ਮਿਲਾਂਗੇ। ਜਦੋਂ ਚਿੱਠੀ ਪੜ੍ਹਦੇ ਹੋ ਤੁਸੀਂ ਉਹਦੇ ਲਾਸਟ 'ਚ ਲਿਖਿਆ ਹੋਇਆ ਕਿ ਇਹ ਹਾਈਲੀ ਕੌਨਫੀਡੈਂਸ਼ੀਅਲ ਚਿੱਠੀ ਹੈ, ਬਾਹਰ ਨਹੀਂ ਆਉਣੀ ਚਾਹੀਦੀ। ਪਰ ਕੀ ਮੰਨਦੇ ਹੋ ਕਿ ਇਹ ਬਾਹਰ ਕਿਵੇਂ ਗਈ? ਸਰਕਾਰ ਦਾ ਦੂਜਾ ਮਹੀਨਾ ਨਹੀਂ ਲੱਗ ਰਿਹਾ ਵੀ ਸਰਕਾਰ ਦਾ ਅਖੀਰਲਾ ਮਹੀਨਾ ਆਇਆ ਪਿਆ ਵਾ। ਤੁਹਾਨੂੰ ਇੰਜ ਕਿਉਂ ਲੱਗਦਾ ਪਿਆ ਕਿ ਤੁਸੀਂ ਉੱਥੇ ਜਾਓਗੇ ਤੇ ਉੱਥੇ ਤੁਹਾਡਾ ਵਿਰੋਧ ਹੋਏਗਾ, ਤੁਹਾਡੇ ਤੇ ਅਟੈਕ ਵੀ ਹੋ ਸਕਦਾ? ਕਿਉਂ ਇੰਜ ਕਿਉਂ ਲੱਗਦਾ ਤੁਹਾਨੂੰ? ਆਪ ਪਾਰਟੀ ਕੋ ਬਦਲਾਅ ਹੀ ਲੈ ਕੇ ਆਉਣਾ ਚਾਹੁੰਦੀ ਪਈ ਸੀ ਬਗੈਰ ਉਤੋਂ ਘਮਾਉਣ ਤੇ ਆਪਦੇ 92 MLA ਨੂੰ ਛਡਾਉਣਾ ਸਿਕਿਉਰਿਟੀ। ਤੁਹਾਨੂੰ ਕਹੇ ਜਾਓ ਫਿਰੋ ਆਪਦਾ, ਉਹ ਕੋ ਲਈ ਫਿਰਦੇ ਫਿਰ। ਇੰਨਾ ਜਿਹੜੇ 400 ਕੁਝ ਦੀ ਲਿਸਟ ਹੈ ਇਹ 'ਚ ਤੇ ਇੱਕ ਬੰਦੇ ਦਾ ਨਾਂ ਨਹੀਂ ਹੈਗਾ ਆਪ ਵਾਲੇ ਦਾ। ਕੁਝ ਲੀਡਰਸ ਦੇ ਨਾਲ ਜਦੋਂ ਤੁਸੀਂ ਗੱਲਬਾਤ ਕਰਨੀ ਸ਼ੁਰੂ ਕਰਦੇ ਹੋ ਤੇ ਉਹਨਾਂ ਦੇ ਪੁਰਾਣੇ ਬਿਆਨ ਤੁਹਾਨੂੰ ਨਾਲ ਦੀ ਨਾਲ ਯਾਦ ਆਉਣੇ ਸ਼ੁਰੂ ਹੋ ਜਾਂਦੇ ਆ। ਸੁਖਪਾਲ ਸਿੰਘ ਭੁੱਲਰ ਹੋਰਾਂ ਦੇ ਨਾਲ ਮੈਂ ਬੈਠਾ ਹੋਇਆ ਔਰ ਇਹਨਾਂ ਨੇ ਇੱਕ ਮੇਰੀ ਇੰਟਰਵਿਊ ਦੌਰਾਨ ਇੱਕ ਬਿਆਨ ਦਿੱਤਾ ਸੀਗਾ। ਜਦੋਂ ਇਹਨਾਂ ਕੋਲੋਂ ਇਹ ਪੁੱਛਿਆ ਗਿਆ ਕਿ ਕੋਈ ਅਫਸੋਸ ਤਾਂ ਨਹੀਂ ਆ ਦਿਲ ਦੇ ਵਿੱਚ, ਕਹਿੰਦੇ ਕੋਈ ਬੰਦੇ ਟੰਗਣੇ ਸੀਗੇ, ਉਹ ਟੰਗੇ ਨਹੀਂ ਗਏ। ਔਰ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਟੈਂਪਰੇਰੀ ਬੇਸਿਸ ਦੇ ਉੱਤੇ ਕੁਝ ਜਿਹੜੇ ਸਿਕਿਉਰਿਟੀ ਵਾਲੇ ਹੈਗੇ ਨੇ ਉਹ ਵਾਪਸ ਲਿੱਤੇ ਜਾਣਗੇ। ਔਰ ਇਹਦੇ ਨਾਲ ਇੱਕ ਹੋਰ ਚੀਜ਼ ਜੋੜ ਦੇਣਾ ਚਾਹੁੰਦਾ ਕਿ ਜੋ ਆਰਡਰਸ ਆਏ ਨੇ ਉਹਦੇ ਵਿੱਚ ਇਹ ਕਿਹਾ ਗਿਆ ਕਿ ਜੋ ਕੋਰਟ ਵੱਲੋਂ ਮੁਹੱਈਆ ਕਰਾਈ ਗਈ ਸਿਕਿਉਰਿਟੀ ਹੈ ਉਹ ਵਾਪਸ ਨਹੀਂ ਲਿੱਤੀ ਜਾਏਗੀ। ਭੁੱਲਰ ਸਾਹਿਬ ਦਾਅ ਤੇ ਪੁੱਠੇ ਪੈਂਦੇ ਪਏ ਆ, ਸਿਕਿਉਰਿਟੀਆਂ ਵਾਪਸ ਹੋ ਰਹੀਆਂ, ਟੰਗਣਾ ਕਿਸੇ ਨੇ ਹੀ ਟੰਗੀ ਕੋਈ ਹੋਰ ਜਾ ਰਿਹਾ। ਇਹ ਤੇ ਵੇਖੋ, ਇਹ ਜਿਹੜੀ ਸਰਕਾਰ ਹੈ, ਚਲੋ ਕੋਈ ਗੁਰੂ ਮਹਾਰਾਜ ਇਹੋ ਜਿਹੀ ਘਟਨਾ ਵਾਪਰੇ ਨਾ, ਪਰ ਜਿੰਨਾ ਚਿਰ ਤੱਕ ਇੱਕ ਦੋ ਜਣੇ ਮਰੇ ਨਾ ਇਹਨਾਂ ਦੀਆਂ ਅੱਖਾਂ ਨਹੀਂ ਖੁੱਲਣੀਆਂ। ਸੋ ਇਹ ਜਿਸ ਤਰੀਕੇ ਨਾਲ ਲੱਗੇ ਆ ਜਾਂ ਇਹ ਕਰਨਾ ਚਾਹੁੰਦੇ ਆ, ਉਹ ਮੈਂ ਸਮਝਦਾ ਵੀ ਉਹ ਇੱਕ ਚੇਤਾਵਨੀ ਦੇ ਰਹੇ, ਚਾਹੇ ਉਹ ਮੇਰੀ ਸਿਕਿਉਰਿਟੀ ਆ, ਚਾਹੇ ਜਿਹੜੀ ਹੋਰ 400 ਬੰਦੇ ਵੀ ਆ ਰਹੇ ਬੰਦਿਆਂ ਨੂੰ। ਇੱਕ ਚਲੋ ਜੋ ਵਾਪਸ ਤੁਸੀਂ ਲੈਣੀ ਠੀਕ ਆ, ਕੋਈ ਸਰਕਾਰ ਨੂੰ ਲੋੜ ਹੈ ਜਾਂ ਕੋਈ ਅਮਨ ਕਾਨੂੰਨ ਦੀ ਕੋਈ ਵਿਵਸਥਾ ਵਿਗੜ ਰਹੀ ਆ, ਕੋਈ ਗੱਲ ਨਹੀਂ, ਅਸੀਂ ਸਾਰੇ ਉਸ ਗੱਲ ਨਾਲ ਸਹਿਮਤ ਆ। ਪਰ ਉਹਦਾ ਐਡਾ ਰੌਲਾ ਪਾ ਕੇ ਪ੍ਰਚਾਰ ਕਰਨ ਦਾ ਕੀ ਮਤਲਬ? ਵੀ ਇਹਦਾ ਮਤਲਬ ਤੁਸੀਂ ਦੱਸਣਾ ਚਾਹੁੰਦੇ ਜੀ ਵੀ ਇਹਦੀ ਸਿਕਿਉਰਿਟੀ ਵਾਪਸ ਹੋ ਗਈ ਤੇ ਫੜ ਲਓ ਜਿਹਨੂੰ ਇੱਥੇ ਮਰਜ਼ੀ ਜਾ ਕੇ। ਔਰ ਉੱਤੋਂ ਤੁਸੀਂ ਬਾਈ ਇਲੈਕਸ਼ਨ ਹਾਊਸ ਹੋ ਗਈ, ਔਰ ਇਹ ਟੈਂਪਰਰੀ ਵਾਪਸ ਦਾ ਮਤਲਬ ਇਹ ਆ ਵੀ ਇਹ ਕਾਂਗਰਸੀ ਜਿਹੜੇ ਆ ਉੱਥੇ ਨਾ ਜਾ ਸਕਣ, ਕਿਉਂਕਿ ਆਪ ਪਾਰਟੀ ਦਾ ਗੜ੍ਹ ਆ, ਮਾਨ ਸਾਹਿਬ ਦੀ ਆਪ ਦੀ ਧੂਰੀ ਸੀਟ ਉੱਥੇ ਆ, ਕੋਈ ਵੀ ਵਾਰਦਾਤ ਕੋਈ ਵੀ ਇੰਜਾਮ ਜਿਹੜਾ ਹੋ ਸਕਦਾ। ਔਰ ਖ਼ਾਸ ਤੌਰ 'ਤੇ ਸਾਡੇ ਵਰਗੇ ਜਿਹੜੇ ਹਲਕੇ ਆ ਜਿੱਥੇ ਤੇ ਹਰ ਦੂਜੇ ਤੀਜੇ ਦਿਨ ਗੋਲੀ ਚੱਲਦੀ। ਔਰ ਜਿਹੜੇ ਆ ਪੁਲਿਸ ਹੈਡਕੁਆਟਰ 'ਤੇ ਜਿਹੜੀਆਂ ਵਾਰਦਾਤਾਂ ਹੋਈਆਂ ਉਹ ਕਿੱਥੋਂ ਦੇ ਮੁੰਡੇ ਸਾਰੇ ਸਾਡੇ ਖੇਮ ਕਰਨ ਲੱਗੇ। ਸੋ ਪਹਿਲੋਂ ਜਦੋਂ ਬੰਬ ਕਾਂਡ ਹੋਇਆ ਉਹ ਵੀ ਸਾਡੇ ਉੱਥੋਂ ਦੇ। ਸੋ ਇਹ ਚੀਜ਼ਾਂ ਚਲੋ ਵਾਪਸ ਲੈਂਡਿੰਗ ਕਰਨੀ ਥੋੜ੍ਹਾ ਸੋਚ ਸਮਝ ਕੇ ਕਰਨੀ ਚਾਹੀਦੀ। ਸਿਕਿਉਰਿਟੀ ਦਾ ਮਤਲਬ ਗੁਪਤ ਤਰੀਕੇ ਨਾਲ ਹੀ ਸਾਰਾ ਸਿਸਟਮ ਹੋਣਾ ਚਾਹੀਦਾ। ਤੁਸੀਂ ਇੱਕ ਜਿਹੜਾ ਪੁਆਇੰਟ ਤੁਸੀਂ ਰੇਜ਼ ਕੀਤਾ ਉਹ ਵਾਜਿਬ ਹੈ, ਕਿਉਂਕਿ ਜਦੋਂ ਚਿੱਠੀ ਪੜ੍ਹਦੇ ਹੋ ਤੁਸੀਂ ਉਹਦੇ ਲਾਸਟ 'ਚ ਲਿਖਿਆ ਹੋਇਆ ਕਿ ਇਹ ਹਾਈਲੀ ਕੌਨਫੀਡੈਂਸ਼ੀਅਲ ਚਿੱਠੀ ਹੈ, ਬਾਹਰ ਨਹੀਂ ਆਉਣੀ ਚਾਹੀਦੀ। ਪਰ ਕੀ ਮੰਨਦੇ ਹੋ ਕਿ ਇਹ ਬਾਹਰ ਕਿਵੇਂ ਗਈ? ਤੁਸੀਂ ਇਹ ਤਾਂ ਤੁਹਾਡੇ ਸਾਹਮਣੇ ਹੀ ਹੈ, ਜਿਹੜੀ ਕੌਨਫੀਡੈਂਸ਼ੀਅਲ ਦਾ ਹਾਲ ਵੇਖ ਲਓ ਇਹਨਾਂ ਦੀ ਸਰਕਾਰ ਦਾ, ਵੀ ਹਰ ਬੱਚੇ ਨੂੰ ਹਰ ਬੰਦੇ ਨੂੰ ਪਤਾ ਵੀ ਆਹ ਜਿਹੜਾ ਇਹ ਹੋਇਆ ਪਿਆ ਵਾ ਕੰਮ। ਔਰ ਪਹਿਲੇ ਟਾਈਮ ਚਲੋ ਇੱਕ ਹੁੰਦੀ ਵੀ ਸਿਕਿਉਰਿਟੀ ਉਸ ਹਿਸਾਬ ਨਾਲ ਮਿਲਣੀ, ਇੱਕ ਥ੍ਰੈਟ ਦੇ ਹਿਸਾਬ ਨਾਲ ਆ। ਇੱਕ ਬੜੇ ਲੰਮੇ ਸਮੇਂ ਤੋਂ 8-9 ਇਲੈਕਸ਼ਨਾਂ ਸਾਡੇ ਪਰਿਵਾਰ ਨੇ 6-7 ਪਿਦਾਈ ਨੇ ਲੜੀਆਂ, 2 ਮੈਂ ਲੜ ਲਈਆਂ। ਔਰ ਚੰਗੇ ਮਾੜੇ ਸੱਜਣ ਦੋਸਤ ਸਾਰਿਆਂ ਦੇ ਹੀ ਹੁੰਦੇ ਵੀ ਕੀ ਇਹ ਕਰਨਾ ਸਾਬਤ ਕਰਨਾ ਚਾਹੁੰਦੇ ਆਪਾਂ। ਇਹ ਜੇ ਵਾਪਸ ਹੀ ਕਰਨੇ ਆ, ਜੇ ਇਹਨਾਂ ਨੂੰ ਆਪ ਪਾਰਟੀ ਕੋ ਬਦਲਾਅ ਹੀ ਲੈ ਕੇ ਆਉਣਾ ਚਾਹੁੰਦੀ ਪਈ ਸੀ ਬਗੈਰ ਉਤੋਂ ਘਮਾਉਣ ਤੇ ਆਪਦੇ 92 MLA ਨੂੰ ਛਡਾਉਣਾ ਸਿਕਿਉਰਿਟੀ। ਤੁਹਾਨੂੰ ਕਹੇ ਜਾਓ ਫਿਰੋ ਆਪਦਾ, ਉਹ ਕੋ ਲਈ ਫਿਰਦੇ ਫਿਰ। ਇੰਨਾ ਜਿਹੜੇ 400 ਕੁਝ ਦੀ ਲਿਸਟ ਹੈ ਇਹ 'ਚ ਤੇ ਇੱਕ ਬੰਦੇ ਦਾ ਨਾਂ ਨਹੀਂ ਹੈਗਾ ਆਪ ਵਾਲੇ ਦਾ। ਇੱਕ ਹੀ ਪਾਰਟੀ ਬਾਜੀ ਨਹੀਂ ਫਿਰ। ਤੁਸੀਂ ਬਿਲਕੁਲ ਇੱਕ ਚੀਜ਼ ਦਾ ਜਿਹੜਾ ਜ਼ਿਕਰ ਕੀਤਾ ਹੈਗਾ ਕਿ ਜਿੰਨੇ ਕਿ ਹੁਣੇ ਜੋ ਅਟੈਕ ਹੋਇਆ ਸੀਗਾ ਇੰਟੈਲੀਜੈਂਸ ਦਫ਼ਤਰ ਦੇ ਉੱਤੇ, ਉਹਦੇ 'ਚ ਲੰਡਾ ਹਰੀਕੇ ਹੋ ਗਿਆ, ਤਮਾਮ ਜਿੰਨੇ ਵੀ ਉਸ ਲੈਵਲ ਦੇ ਤਰਨ ਪੱਟੀ ਦੇ ਹੋਰ ਇਲਾਕਿਆਂ ਦੇ ਜਿਹੜੇ ਹੈਗੇ ਨੇ ਉੱਥੋਂ ਦੇ ਗੈਂਗਸਟਰਸ ਹੈਗੇ ਆ। ਇਹ ਜੋ ਤੁਸੀਂ ਚੀਜ਼ ਕਹਿੰਦੇ ਪਏ ਹੋ, ਇੱਕ ਹਿਸਾਬ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵੀ ਇਹੀ ਚੀਜ਼ ਚੱਲਦੀ ਪਈ। ਅਲੱਗ-ਅਲੱਗ ਲੋਕ ਅਲੱਗ-ਅਲੱਗ ਅਦਾਰਿਆਂ ਤੋਂ ਇਹੀ ਚੀਜ਼ ਕਹਿੰਦੇ ਪਏ ਆ ਕਿ ਕਿਉਂ ਇਹ ਚੀਜ਼ ਬਾਹਰ ਆਈ ਗਈ ਹੈ, ਕਿਉਂ ਇਹ ਚਿੱਠੀ ਬਾਹਰ ਆਈ ਹੈ, ਇਹਦੇ ਨਾਲ ਖਤਰਾ ਹੀ ਪੈਦਾ ਹੋਏਗਾ। ਦੂਜੀ ਚੀਜ਼ ਤੁਸੀਂ ਕਹਿੰਦੇ ਪਏ ਹੋ ਕਿ ਆਮ ਆਦਮੀ ਪਾਰਟੀ ਦਾ ਉੱਥੇ ਜਿਹੜਾ ਹੈਗਾ ਉਹ ਇੱਕ ਇਹੋ ਜਿਹੀ ਜਗ੍ਹਾ ਹੈਗੀ ਜਿੱਥੇ ਆਮ ਆਦਮੀ ਪਾਰਟੀ ਦੀ ਸੀਟ ਰਹੀ ਹੈ, ਮੈਂਬਰ ਪਾਰਲੀਮੈਂਟ ਉੱਥੋਂ ਦੇ ਹੁਣ ਦੇ ਮੁੱਖ ਮੰਤਰੀ ਹੈ।
ਤੁਹਾਨੂੰ ਇੰਜ ਕਿਉਂ ਲੱਗਦਾ ਪਿਆ ਕਿ ਤੁਸੀਂ ਉੱਥੇ ਜਾਓਗੇ ਤੇ ਉੱਥੇ ਤੁਹਾਡਾ ਵਿਰੋਧ ਹੋਏਗਾ, ਤੁਹਾਡੇ ਤੇ ਅਟੈਕ ਵੀ ਹੋ ਸਕਦਾ? ਕਿਉਂ ਇੰਜ ਕਿਉਂ ਲੱਗਦਾ ਤੁਹਾਨੂੰ? ਦੇਖੋ, ਇਹ ਸਿਆਸਤ ਦੇ ਵਿੱਚ ਤੇ ਛੋਟੀਆਂ-ਮੋਟੀਆਂ ਸ਼ੈਤਾਨੀਆਂ ਇਹਨਾਂ ਨੇ ਕਰਨੀਆਂ ਹੀ ਆ। ਹੁਣ ਆਹ ਚੰਗਾ ਭਲਾ ਇੱਕ ਵਿਚਾਰਾ ਜਿਹੜਾ ਸਿੰਗਲਾ ਮੰਤਰੀ ਸੀ, ਉਹ ਲਾ ਕੇ ਉਹ ਮਾਰਿਆ ਕਿਉਂ? ਕਿਉਂਕਿ ਸਰਕਾਰ ਨੂੰ ਤਾਂ ਪਤਾ ਸੀ 4 ਦਿਨਾਂ 'ਚ ਇਲੈਕਸ਼ਨ ਅਨਾਊਂਸ ਹੋਣੀ ਤੇ ਅਸੀਂ ਕਿਹੜੇ ਮੂੰਹ ਨਾਲ ਜਾਣਾ। ਕੰਮ ਤੇ ਇੱਕ ਨਹੀਂ ਕੀਤਾ। ਸੋ ਇਹੋ ਜਿਹਾ ਮਾਹੌਲ ਬਣਾਉਣ ਨੂੰ, ਇਹੋ ਜਿਹੀ ਵੀ ਇੱਕ ਹਾਈਪ ਕ੍ਰੀਏਟ ਕਰਨ ਨੂੰ ਵੀ ਕਿਸੇ ਪਿੰਡ 'ਚ ਮੰਨ ਲਓ ਉਹ ਭਜਾ ਹੀ ਦੇਣ ਕਿਸੇ ਨੂੰ 4 ਰੁਪਇਆ, ਦੇਖੋ ਕਾਂਗਰਸ ਕੁਛ ਵੀ ਇਹੋ ਜਿਹਾ ਇੰਸੀਡੈਂਟ ਕੁਛ ਵੀ ਹੋ ਸਕਦਾ ਵੀ, ਕਿਉਂਕਿ ਬੜੇ ਸ਼ੈਤਾਨ ਇਹ ਦਿੱਲੀ ਵਾਲੇ ਜਿਹੜੇ ਤੁਹਾਨੂੰ ਦੱਸਿਆ, ਜਿਹੜੇ ਕਾਲੇ ਅੰਗਰੇਜ਼ ਜਿਹੜੇ ਆਇਆ, ਇਹਨਾਂ ਨੇ ਤਹਿਸ ਨਹਿਸ ਕਰਕੇ ਜਾਣਾ ਪੰਜਾਬ ਦਾ। ਮਤਲਬ ਤੁਹਾਡੇ ਕਹਿਣ ਦਾ ਮਤਲਬ ਉਹ ਤਸਵੀਰ ਦੁਬਾਰਾ ਦੇਖਣ ਨੂੰ ਮਿਲ ਸਕਦੀ ਸੰਗਰੂਰ ਦੇ ਹਲਕੇ ਦੇ ਵਿੱਚ ਜੋ ਕਿਸਾਨੀ ਅੰਦੋਲਨ ਦੌਰਾਨ ਬਿੱਟੂ ਸਾਹਿਬ ਜਾਂ ਜੀਰਾ ਸਾਹਿਬ ਦੇ ਨਾਲ ਹੋਇਆ? ਨਹੀਂ, ਉਹ ਤਾਂ ਇੱਕ ਵੱਖਰੀ ਚੀਜ਼ ਸੀ। ਉਹ ਜਿੰਨੀ ਗੱਲ ਤਾਂ ਹੈਗਾ ਵੀ ਲੋਕਾਂ ਦਾ ਧਿਆਨ ਡਿਵਰਟ ਕਰਨਾ। ਹੁਣ ਸਰਕਾਰ ਦੇ ਬਿਆਨ ਕੀ ਆ ਰਹੇ ਜੀ? ਕੋਠੀ ਖਾਲੀ ਕਰਾਤੀ। ਸਰਕਾਰ ਦੇ ਬਿਆਨ ਕੀ ਆ ਰਹੇ? ਗਨ ਹੋਰ ਕੋਈ ਕੰਮ ਕੀਤਾ ਕੋਈ? 1000 ਰੁਪਈਆ ਜਿਹੜਾ ਬੀਬੀਆਂ ਨੂੰ ਪੈਨਸ਼ਨ ਉਹਦਾ ਸੀਗਾ ਮਹੀਨੇ ਦਾ ਮਿਲਣ ਲੱਗ ਪਿਆ। ਮਤਲਬ ਧਿਆਨ ਹੀ ਪੁੱਠੇ ਬੰਨੇ ਕਰਨਾ ਨਾ। ਤੇ ਇਲੈਕਸ਼ਨ ਆਉਣ ਤੋਂ ਪਹਿਲਾਂ ਵੀ ਇੱਕ ਮੰਤਰੀ ਠੋਕਤਾ, ਔਰ ਪਹਿਲੋਂ ਹੀ ਹਰ ਬੰਦਾ ਬਾਜਵਾ ਸਾਹਿਬ ਨੇ ਪਹਿਲੇ ਹੀ ਧਰਨੇ 'ਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਡੇ CLP ਸਾਹਿਬ ਨੇ ਪਹਿਲੋਂ ਹੀ ਕਿਹਾ ਵੀ ਇਹਨਾਂ ਨੇ ਇਹੋ ਜਿਹੇ ਕੰਮ ਕਰਨੇ। ਉਹ ਬਣਾਏ ਹੀ ਇਹੋ ਜਿਹੇ 3-4 ਮੰਤਰੀ ਜਿਹੜੇ ਵੀ ਜਦੋਂ ਲੋੜ ਪਈ ਇਹਨਾਂ ਨੂੰ ਠੋਕ ਦਾਂਗੇ, ਔਰ 1-2 MLA ਦੇ ਨੰਬਰ ਲਾ ਦਾਂਗੇ ਵੀ ਵੇਖੋ ਆਹ ਕੀਤਾ। ਕੇਜਰੀਵਾਲ ਸਾਹਿਬ ਨੇ ਵੀ ਇਹੋ ਕੁਛ ਕੀਤਾ ਸੀ ਦਿੱਲੀ 'ਚ ਪਿਛਲੀ ਸਰਕਾਰ ਦੇ ਵੇਲੇ। ਇੱਕ ਮਿਨਿਸਟਰ ਨੂੰ ਉਹਨਾਂ ਨੇ ਵੀ ਕੱਢਿਆ ਸੀ, ਉਸ ਤੋਂ ਬਾਅਦ 10 ਸਾਲ ਤੇ ਕੁਛ ਕੱਢਿਆ ਨਹੀਂ, ਕੁਛ ਕੀਤਾ ਨਹੀਂ, ਫਿਰ ਬੰਦ ਹੋ ਗਈ ਕਰਪਸ਼ਨ ਸਾਰੀ। ਅੱਛਾ, ਸੰਗਰੂਰ ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਦਲ ਵਾਰ-ਵਾਰ ਇਹ ਕਹਿੰਦਾ ਪਿਆ ਕਿ ਹੁਣ ਪੰਜਾਬ ਵਰਸਸ ਦਿੱਲੀ ਕਰਕੇ ਅਸੀਂ ਚੋਣ ਲੜਨੀ ਹੈ, ਉੱਥੇ ਵਰਸਸ ਕਰਕੇ ਲੜਾਂਗੇ। ਪੰਜਾਬ ਵਰਸਸ ਦਿੱਲੀ ਮਾਡਲ ਜਿਹੜਾ ਵੀ ਹੈ ਉਹਦੇ ਨਾਂ ਦੇ ਉੱਤੇ ਅਸੀਂ ਚੋਣ ਲੜਨ ਜਾ ਰਹੇ ਹਾਂ। ਤੁਹਾਡਾ ਕਿਹੜਾ ਮਾਡਲ? ਤੁਸੀਂ ਕਿਵੇਂ ਚੋਣ ਲੜੋਗੇ ਸੰਗਰੂਰ 'ਚ? ਦੇਖੋ, ਅਕਾਲੀ ਦਲ ਨੇ ਕੀ ਕਰਨਾ ਜਾਂ ਉਹਨਾਂ ਦੀ ਕੀ ਆ, ਉਹ ਜਾਣਨ, ਉਹਦੇ ਬਾਰੇ ਬਿਹਤਰ ਦੱਸ ਸਕਦੇ। ਸਾਡੀ ਪਾਰਟੀ ਜਿਹੜੀ ਆ, ਇੱਕ ਨਵਾਂ ਚਿਹਰਾ ਸੋਨੀਆ ਜੀ ਨੇ, ਰਾਹੁਲ ਜੀ ਨੇ, ਪ੍ਰਿਅੰਕਾ ਜੀ ਨੇ ਸਾਨੂੰ ਪ੍ਰਧਾਨ ਦੇ ਰੂਪ ਦੇ ਵਿੱਚ ਰਾਜਾ ਵੜਿੰਗ ਜੀ ਨੂੰ ਦਿੱਤਾ, ਔਰ ਇੱਕ ਬੜੇ ਹੀ ਤਜਰਬੇਕਾਰ ਪੁਰਾਣੇ ਜਿਹੜੇ ਆ ਸਿਆਸਤਦਾਨ ਬਾਜਵਾ ਸਾਹਿਬ ਨੂੰ CLP ਦੀ ਕਮਾਂਡ ਦਿੱਤੀ। ਸੋ ਉਹਨਾਂ ਦੀ ਨੇਤਰਤਵ ਦੇ ਵਿੱਚ ਜਿਹੜੀ ਆ ਅਸੀਂ ਇਹ ਆਪਦੀ ਜਿਹੜੀ ਸੀਟ ਲੜਾਂਗੇ। ਔਰ ਜੋ ਇਹਨਾਂ 2-3 ਮਹੀਨਿਆਂ ਦੇ ਵਿੱਚ ਜੋ ਵਾਅਦੇ ਜਾਂ ਜੋ ਇੱਕ ਮਾਹੌਲ ਦੇ ਵਿੱਚ, ਅੱਜ ਤੁਸੀਂ ਕਿਸੇ ਪਿੰਡ ਜਾ ਕੇ ਵੇਖੋ, ਕਿਸੇ ਬੰਦੇ ਨਾਲ ਗੱਲ ਕਰੋ, ਸਰਕਾਰ ਦਾ ਦੂਜਾ ਮਹੀਨਾ ਨਹੀਂ ਲੱਗ ਰਿਹਾ ਵੀ ਸਰਕਾਰ ਦਾ ਅਖੀਰਲਾ ਮਹੀਨਾ ਆਇਆ ਪਿਆ ਵਾ। ਸੋ ਕਿਸੇ ਦੇ ਮਨ 'ਚ ਕੋਈ ਖੁਸ਼ੀ ਨਹੀਂ, ਕਿਸੇ ਦੇ ਮਨ 'ਚ ਕੋਈ ਨਹੀਂ ਹੈਗਾ ਵੀ ਕੋਈ ਕੰਮ ਸਾਡਾ ਹੋਣਾ, ਨਾ ਕਿਸੇ ਨੂੰ ਕੋਈ ਤਜਰਬਾ। ਚਲੋ ਕਹਿੰਦੇ ਸੀਗੇ ਵੀ ਅਸੀਂ ਪਿੰਡਾਂ 'ਚੋਂ ਸਰਕਾਰ ਚਲਾਉਣੀ ਆ, ਸਾਡਾ ਆਹ ਕਰਾਂਗੇ, ਪਰ ਉਹਦੇ ਵਾਸਤੇ ਸਾਰਾ ਕੁਝ ਹੋਣਾ ਵੀ ਜ਼ਰੂਰੀ ਹੈ। ਅੱਜ ਤੁਹਾਡੀ ਯੂਨੀਵਰਸਿਟੀ ਜਿਹੜੀ ਆ, ਪੰਜਾਬ ਯੂਨੀਵਰਸਿਟੀ, ਉਹ ਸੈਂਟਰਲ ਲੈ ਜਾਣਗੇ। ਆ ਸਾਊਥ ਵਾਲੇ ਤੇ ਦੂਜੇ ਜਿਹੜੇ ਆ, ਉਹ ਹੁਣ ਇੱਥੇ ਸਾਡੀ ਯੂਨੀਵਰਸਿਟੀ ਜਾ ਕੇ ਪੜ੍ਹਨਗੇ। ਅਗਲੇ ਸਾਲ ਨੂੰ ਐਡਮਿਸ਼ਨ ਹੋਣਗੀਆਂ, ਕੋਰਸ ਬਦਲਣਗੇ, ਸਾਰਾ ਕੁਝ ਬਦਲੂ। BVMB ਤੁਹਾਡੀ ਚਲੇਗੀ, ਚੰਡੀਗੜ੍ਹ ਚਲੇਗੀ। ਸਾਡੇ ਏਡੇ ਤਕੜੇ ਪੰਜਾਬ ਪੁਲਿਸ ਦੇ ਅਫਸਰ ਸਾਡੇ ਰਹੇ, ਸੈਣੀ ਸਾਹਿਬ ਸਾਡੇ ਇੱਥੇ ਲੱਗੇ ਰਹੇ, ਸਾਡੇ ਸੁਰੇਸ਼ ਜੀ ਲੱਗੇ ਰਹੇ, ਹੋਰ ਕਈ ਨਾਮਵਰ ਜਿਹੜੇ DG ਰਿਟਾਇਰ ਹੋਏ, SSP ਚੰਡੀਗੜ੍ਹ ਰਹੇ। ਉਹ ਗੱਲ ਹੁੰਦੀ ਸੀ, ਪਤਾ ਹੁੰਦਾ ਸੀ ਵੀ ਠੀਕ ਹੈ ਯਾਰ ਵੀ ਸਾਡਾ IPS ਸਾਡਾ ਆਫਿਸਰ ਬੈਠਾ। ਅੱਜ ਹਾਲਤ ਕੀ ਕਰਕੇ ਰੱਖਤੀ? ਇੱਕ ਵੀ ਮੁਲਾਜ਼ਮ, ਇੱਕ ਵੀ ਬੱਚਾ ਸਾਡਾ ਚੰਡੀਗੜ੍ਹ 'ਚ ਨਹੀਂ ਹੋਣਾ। ਮੈਨੇਜਮੈਂਟ ਜਿਹੜਾ ਭਾਖੜਾ ਵਿਆਸ ਦਾ, ਉਹ ਤੁਹਾਡੇ ਉੱਥੋਂ ਖੁੱਸ ਗਿਆ। DGP ਭਵਰਾ ਸਾਹਿਬ ਯੋਗੇ ਨਹੀਂ ਹੈਗੇ ਤੁਹਾਡੇ ਮੁਤਾਬਕ? ਨਹੀਂ, ਮੈਂ ਗੱਲ ਕੀਤੀ ਵੀ ਜਿਹੜੇ SSP ਰਹੇ ਹੀ ਚੰਡੀਗੜ੍ਹ ਦੇ, ਉਹ ਬਾਅਦ 'ਚੋਂ DGP ਬਣੇ ਵੀ। ਲੈ, ਇੱਕ ਕਾਬਲ ਅਫਸਰ ਸਾਡੇ ਪੰਜਾਬ ਦੇ ਰਹੇ ਜਿਨ੍ਹਾਂ ਨੇ ਅੱਤਵਾਦ ਦੇ ਦੌਰ 'ਚ ਵੀ ਕੰਮ ਕੀਤਾ, ਤੇ ਅੱਜ ਸਾਡੇ ਚਹਿਲ ਸਾਹਿਬ ਲੱਗੇ, ਉਹ ਵੀ ਵਧੀਆ ਵਾ, ਠੀਕ ਹੈ, ਪਰ ਪੱਲੇ ਕੁਛ ਨਹੀਂ ਰਹਿਣ ਦੇਣਾ ਇਹਨਾਂ ਨੇ। ਕਿ ਸਾਰੀ ਜਿਹੜੀ ਐਡਮਿਨਿਸਟ੍ਰੇਸ਼ਨ ਆ, ਸਾਰੀ ਜਿਹੜੀ ਆ, ਉਹ ਤਾਂ ਲੈ ਗਏ ਦਿੱਲੀ ਵਾਲੇ, ਤੇ ਸਾਡਾ ਕਿੱਥੇ ਦੱਸੋ ਬਣੂਗਾ ਇੱਥੇ ਕੋਈ? ਅੱਛਾ, ਚੋਣਾਂ ਦੌਰਾਨ ਜਦੋਂ ਚੋਣਾਂ ਹਾਰੇ, ਘੱਟ ਸੀਟਾਂ ਆਈਆਂ ਕਾਂਗਰਸ ਦੀ, ਇੱਕ ਤਬਕਾ ਇਹੋ ਜਿਹਾ ਸੀਗਾ ਜਿਨ੍ਹਾਂ ਨੇ ਇਲਜ਼ਾਮ ਮੜਤਾ ਨਵਜੋਤ ਸਿੰਘ ਸਿੱਧੂ ਦੇ ਉੱਤੇ। ਹੁਣ ਸਿੱਧੂ ਸਾਹਿਬ ਅੰਦਰ ਹੈ, ਹੁਣ ਕੀ ਲੱਗਦਾ? ਹੁਣ ਦੇਖੋ, ਜਿਹੜਾ ਉਹ ਅੰਦਰ ਜਾਂ ਕੋਈ ਵੀ ਸੁਪਰੀਮ ਕੋਰਟ ਦੀ ਫੈਸਲਾ ਆ ਸਿਰ ਮੱਥੇ, ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਮਿਲ ਕੇ ਵੀ ਆਵਾਂਗੇ। ਇੱਕ ਨਿੱਜੀ ਜਿਹੜੀ ਗੱਲ ਹੈ ਉਹ ਵੱਖਰੀ ਆ, ਪਰ ਉਹ ਜੋ ਵੀ ਚੋਣਾਂ ਦੇ ਦੌਰਾਨ ਜੋ ਹੋਇਆ, ਜੋ ਕੀਤਾ ਸਿੱਧੂ ਸਾਹਿਬ ਸੀ ਜਾਂ ਜੋ ਵੀ ਹੋਰ ਸਾਰੇ ਲੀਡਰ ਸੀ, ਇਹ ਤਾਂ ਪੰਜਾਬ ਦੇ ਬੱਚੇ ਨੂੰ ਪਤਾ ਵੀ ਕਿੰਨਾ ਕਰਕੇ ਜਿਹੜਾ ਵਾ ਇਹ ਸਾਡਾ ਜਿਹੜਾ ਵਾ ਬੇੜਾ ਗਰਕ ਹੋਇਆ। GP ਸਾਹਿਬ ਹੁਣੇ ਮੇਰੇ ਨਾਲ ਗੱਲ ਕਰਦੇ ਪਏ ਸੀਗੇ, ਮੈਨੂੰ ਕਹਿ ਕੇ ਕਹਿੰਦੇ 7 ਤਰੀਕ ਨੂੰ ਅਸੀਂ ਜਾ ਰਹੇ ਹਾਂ, 7-8 MLA ਮਿਲਣ ਜਾ ਰਹੇ ਹਾਂ ਸਿੱਧੂ ਸਾਹਿਬ ਨੂੰ। ਜਾ ਰਹੇ? ਸੁਖਪਾਲ ਭੁੱਲਰ ਵੀ ਜਾ ਰਹੇ? ਮਿਲਾਂਗੇ ਐਜ਼ ਏ ਹਿਊਮਨ। ਗਾਈਡੈਂਸ ਲੈ ਕੇ ਆਉਂਗੇ ਕਿ ਕਿਵੇਂ ਲੜਨੀ ਹੈ? ਗਾਈਡੈਂਸ ਲੈ ਕੇ? ਕਾਹਦੀ ਗਾਈਡੈਂਸ ਲੈ ਕੇ ਆਉਣੀ? ਮੈਂ ਦੱਸਣਾ ਵੀ ਪੋਲੀਟੀਕਲੀ ਨਹੀਂ ਕੋਈ ਗੱਲ, ਵੈਸੇ ਜਾਤੀ ਤੌਰ 'ਤੇ ਚਲੋ ਸਾਡੇ ਪ੍ਰਧਾਨ ਰਹੇ ਆ, ਸਾਡਾ ਉਹ ਰਿਹਾ ਵਾ, ਤੇ ਸਾਡੇ ਅੰਮ੍ਰਿਤਸਰ ਤੋਂ MP ਵੀ ਰਹੇ, ਮਿਲਦੇ ਗਿਲਦੇ ਰਹੇ, ਪਹਿਲਾਂ ਵੀ ਮਿਲਦੇ ਰਹੇ। ਜਦੋਂ ਪ੍ਰਧਾਨ ਨਹੀਂ ਵੀ ਸੀ ਉਦੋਂ ਵੀ ਮਿਲਦੇ ਸੀ, ਤੇ ਹੁਣ ਵੀ ਮਿਲ ਕੇ ਆਵਾਂਗੇ।
ਅੱਛਾ, ਮਜੀਠੀਆ ਸਾਹਿਬ ਵੀ ਉਸੇ 'ਚ ਹੀ ਹੈ। ਜੇ ਤੁਸੀਂ ਕਹਿੰਦੇ ਹੋ ਹਿਊਮੈਨਿਟੇਰੀਅਨ ਗਰਾਊਂਡ ਤੇ ਜਾ ਕੇ ਮਿਲਣਾ ਤੇ ਉਧਰ ਵੀ ਹੋ ਸਕਦੀ ਮੁਲਾਕਾਤ। ਮੈਂ ਕਿਹਾ ਵੀ ਸਾਡੀ ਪਾਰਟੀ ਦੇ ਪ੍ਰਧਾਨ ਰਹੇ ਮਜੀਠੀਆ ਸਾਹਿਬ, ਅਕਾਲੀ ਦਲ ਦੇ ਰਹੇ ਨਾ, ਉਹ ਕਾਂਗਰਸ ਨਾਲ ਤਾਂ ਕੋਈ ਲੈਣਾ ਦੇਣਾ ਨਹੀਂ। ਹਿਊਮੈਨਿਟੇਰੀਅਨ ਗਰਾਊਂਡ ਦੇ ਉੱਤੇ ਮਿਲਣਾ। ਇਹਦੇ ਨਾਲ ਸਾਡੀ ਪਾਰਟੀ ਦੇ ਨਾਲ ਹੈ ਨਾ, ਆਪਦੀ ਕਾਂਗਰਸ ਪਾਰਟੀ ਦੇ। ਹੁਣ ਕਾਂਗਰਸ ਪਾਰਟੀ ਦੇ ਕਈ ਸਾਡੇ ਵਰਕਰ ਵੀ ਆ, ਕਿਸੇ ਵੇਲੇ ਕੋਈ ਇਹੋ ਜਿਹੇ ਇੰਸੀਡੈਂਟ, ਉਹ ਵੀ ਜੇਲ੍ਹਾਂ 'ਚ ਜਾਂਦੇ ਆ, ਉਹਨਾਂ ਦੀ ਵੀ ਮੁਲਾਕਾਤਾਂ ਕਰਦੀਆਂ। ਚਲੋ ਹੌਸਲਾ ਅਫਸਾਈ ਵੀ ਹੁੰਦੀ ਆ। ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕਿਹਾ, ਕਹਿੰਦੇ ਕਿ ਜਿੰਨੇ ਤੁਸੀਂ ਲੈ ਲਏ ਵਾਪਸ, ਹੁਣ ਜਿੰਨੇ ਰਹਿ ਗਏ ਨੇ ਉਹ ਵੀ ਮੈਂ ਵਾਪਸ ਕਰਤਾ ਪਿਆ ਸਿਕਿਉਰਿਟੀ ਵਾਲੇ। ਅੱਛਾ, ਵੇਖੋ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜੋ ਫੈਸਲਾ ਲਿਆ ਵਾ ਉਹ ਸਿਆਣੇ ਆ, ਵਧੀਆ ਉਹਨਾਂ ਨੇ ਗੱਲ ਕੀਤੀ। ਪਰ ਮੈਂ ਤਾਂ ਆਪਦੀ ਗੱਲ ਦੱਸਣਾ, ਰੋਜ਼ ਪਿੰਡਾਂ 'ਚ ਜਾਣਾ, ਚੰਗੇ ਮਾੜੇ ਲੋਕਾਂ ਨੂੰ ਮਿਲਣਾ, ਫਿਰ ਇੰਨਾ ਰੌਲਾ ਪਾ ਕੇ ਵੀ ਗਨਮੈਨ ਵਾਪਸ ਹੋ ਗਏ, ਗਨਮੈਨ ਵਾਪਸ ਹੋ ਗਏ, ਜਾਂ ਗੱਲ ਹੋ ਗਈ। ਸੋ ਇਹ ਤਰੀਕਾ ਇੱਕ ਤਾਂ ਗਲਤ। ਔਰ ਜੇ ਵਾਪਸ ਹੀ ਘਟਾਉਣੀ ਆ ਤਾਂ ਆਪਦੇ ਤੋਂ ਸ਼ੁਰੂ ਕਰਕੇ ਵੇਖੋ, ਠੀਕ ਆ। ਆਪਦੇ ਪਰਿਵਾਰ ਦੇ ਮੈਂਬਰਾਂ ਨੂੰ ਤੇ CM ਦੀ ਜਿਹੜੀ ਉਹ ਸਿਕਿਉਰਿਟੀ ਹੁੰਦੀ ਆ, ਜਿਹੜਾ ਉਹਨਾਂ ਦਾ ਸਿਸਟਮ ਹੁੰਦਾ, ਉਹ 'ਚ ਤੁਸੀਂ ਰੱਖਿਆ ਹੋਇਆ, ਫਿਰ ਘਰੋਂ ਸ਼ੁਰੂ ਕਰੋ ਨਾ ਪਹਿਲੋਂ, ਫਿਰ ਦੂਜਿਆਂ ਦੇ ਕਰਕੇ ਕਿਉਂ ਵੇਖਣ ਡਿਆ ਜੀ। ਬਹੁਤ ਬਹੁਤ ਸ਼ੁਕਰੀਆ ਸਰ ਵਕਤ ਦੇਣ ਦੇ ਲਈ। ਸੋ ਅਸੀਂ ਸੁਖਪਾਲ ਭੁੱਲਰ ਇਹਨਾਂ ਦਾ ਕਹਿਣਾ ਹੈ ਕਿ ਜੋ ਚੀਜ਼ਾਂ ਹੋਣੀਆਂ ਚਾਹੀਦੀਆਂ, ਪ੍ਰੈਕਟਿਸ ਵਾਟ ਯੂ ਪ੍ਰੀਚ, ਇਹ ਅੰਗਰੇਜ਼ੀ ਦੇ ਵਿੱਚ ਇੱਕ ਪ੍ਰੋਵਰਬ ਹੈ। ਕੈਮਰੇ ਦੇ ਸਾਥ ਦੇ ਸੀਗੇ ਬੰਦੇਸ਼, ਮੈਂ ਲੰਕੇਸ਼ ਤੇ ਖਰਜ਼ਾਨਾ, ਸਪੋਕਸਮੈਨ ਦੇ ਲਈ।